ਅੱਜ ਦੀ ਸਾਖੀ ਅਜਾਮਲ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਕਿ ਅਜਾਮਲ ਪਾਪੀ ਵੀ ਕਿਹਾ ਜਾਂਦਾ ਹੈ। ਇਸ ਬਾਰੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਹੁੰਦਾ ਹੈ। ਕਹਿੰਦੇ ਹਨ ਕਿ ਅਜਾਮਲ ਦਾ ਜਿਹੜਾ ਪਿਤਾ ਸੀ ਉਹ ਰਾਜ ਬ੍ਰਾਹਮਣ ਸੀ, ਭਾਵ ਇੱਕ ਤਾਂ ਬ੍ਰਾਹਮਣ ਸੀ, ਦੂਸਰਾ ਰਾਜ ਦੇ ਦਰਬਾਰ ਦਾ ਪੁਰੋਹਿਤ ਅਤੇ ਵਜ਼ੀਰ ਸੀ ਤੇ ਬਹੁਤ ਹੀ ਜ਼ਿਆਦਾ ਸਿਆਣਾ ਸੀ। ਰਾਜਾ ਉਸ ਦੇ ਪਿਓ ਬ੍ਰਾਹਮਣ ਕੋਲੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਕਿਉਂਕਿ ਉਹ ਸਿਆਣਾ ਸੀ, ਅਕਲਮੰਦ ਸੀ ਤੇ ਵਿੱਦਿਆ ਦਾ ਬਹੁਤ ਜ਼ਿਆਦਾ ਗਿਆਤਾ ਸੀ। ਉਸ ਬ੍ਰਾਹਮਣ ਭਾਵ ਰਾਜ ਪੁਰੋਹਿਤ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ, ਜਿਸ ਦਾ ਨਾਮ ਅਜਾਮਲ ਰੱਖਿਆ ਗਿਆ ਤੇ ਅਜਾਮਲ ਵੀ ਬਹੁਤ ਸੋਹਣਾ ਨਿਆਣਾ ਸੀ। ਜਦੋਂ ਉਹ 5 ਸਾਲ ਦਾ ਹੋਇਆ ਤਾਂ ਉਸ ਦੇ ਪਿਤਾ ਨੇ ਅਜਾਮਲ ਨੂੰ ਪੜ੍ਹਨ ਦੇ ਲਈ ਆਪਣੇ ਪਰੰਪਰਾ ਦੇ ਵਿੱਚ ਕੁਲ ਦੇ ਗੁਰੂ ਕੋਲ ਭੇਜ ਦਿੱਤਾ, ਤਾਂ ਜੋ ਉਹ ਵੀ ਵਿੱਦਿਆ ਦਾ ਗ੍ਰਹਿਣ ਕਰ ਸਕੇ। ਦੂਸਰੇ ਪਾਸੇ ਜਦੋਂ ਅਜਾਮਲ ਆਪਣੇ ਗੁਰੂ ਕੋਲ ਪਹੁੰਚਿਆ ਤਾਂ ਉਸ ਦਾ ਗੁਰੂ ਬਹੁਤ ਜ਼ਿਆਦਾ ਪ੍ਰਸੰਨ ਸੀ ਕਿ ਇੱਕ ਵਿੱਦਿਆ ਦੇ ਗਿਆਤਾ ਦਾ ਪੁੱਤਰ ਮੇਰੇ ਕੋਲ ਵਿੱਦਿਆ ਗ੍ਰਹਿਣ ਕਰਨ ਦੇ ਲਈ ਆਇਆ ਹੈ। ਤੇ ਜਦੋਂ ਉਸ ਦੀ ਪਰਖ ਨਿਰਖ ਕੀਤੀ ਤਾਂ ਉਹ ਬੱਚਾ ਬਹੁਤ ਜ਼ਿਆਦਾ ਹੁਸ਼ਿਆਰ ਸੀ, ਜਿਸ ਨੂੰ ਦੇਖ ਕੇ ਅਜਾਮਲ ਦਾ ਗੁਰੂ ਦਾ ਚਿੱਤ ਖਿੜ ਗਿਆ ਕਿ ਇੱਕ ਵਧੀਆ ਗੁਰੂ ਦੇ ਕੋਲ ਇੱਕ ਵਧੀਆ ਬੱਚਾ, ਜਿਸ ਨੂੰ ਸਮਝ ਸੀ, ਸੂਝ ਸੀ, ਉਹ ਪ੍ਰਾਪਤ ਹੋਇਆ ਸੀ। ਜਦੋਂ ਉਸ ਦੇ ਗੁਰੂ ਨੇ ਅਜਾਮਲ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਤਾਂ ਅਜਾਮਲ ਜੋ ਵੀ ਸਿੱਖਿਆ ਗੁਰੂ ਦੁਆਰਾ ਦਿੱਤੀ ਜਾਂਦੀ ਸੀ ਉਸ ਨੂੰ ਬਹੁਤ ਜਲਦੀ ਗ੍ਰਹਿਣ ਕਰ ਲੈਂਦਾ। ਜੋ ਵੀ ਪੰਡਿਤ ਭਾਵ ਉਸ ਦਾ ਗੁਰੂ ਗਿਆਨ ਦਿੰਦਾ ਉਹ ਉਸੇ ਸਮੇਂ ਹੀ ਕੰਠ ਕਰ ਲੈਂਦਾ। ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜੀ ਸਿੱਖਿਆ 20 ਸਾਲਾਂ ਦੀ ਉਮਰ ਵਿੱਚ ਪ੍ਰਾਪਤ ਕੀਤੀ ਜਾਣੀ ਹੁੰਦੀ ਹੈ, ਉਹ ਅਜਾਮਲ ਨੇ 10 ਸਾਲ ਦੀ ਉਮਰ ਵਿੱਚ ਪ੍ਰਾਪਤ ਕਰ ਲਈ। ਇੰਨਾ ਜ਼ਿਆਦਾ ਉਹ ਹੁਸ਼ਿਆਰ ਸੀ ਤੇ ਸਿਆਣਾ ਸੀ ਤੇ ਸਮਝ ਸੂਝ ਵਾਲਾ ਸੀ। ਅਜਾਮਲ ਦੇ ਗੁਰੂ ਨੇ ਆਪਣੇ ਸ਼ਿਸ਼ ਅਜਾਮਲ ਨੂੰ ਇੱਕ ਗੱਲ ਵਾਰ-ਵਾਰ ਕਹਿੰਦਾ ਸੀ ਕਿ ਭਾਈ, ਜਦੋਂ ਵੀ ਤੂੰ ਆਪਣੇ ਘਰ ਜਾਣਾ ਹੈ ਤਾਂ ਕਦੀ ਵੀ ਇਸ ਸ਼ਹਿਰ ਦੇ ਵਿੱਚੋਂ, ਇਸ ਨਗਰ ਦੇ ਵਿੱਚੋਂ ਲੰਘ ਕੇ ਨਹੀਂ ਜਾਣਾ। ਬਾਹਰੋਂ ਬਾਹਰ ਹੀ ਤੂੰ ਆਪਣੇ ਘਰ ਜਾਣਾ ਹੈ ਤੇ ਬਾਹਰੋਂ ਬਾਹਰ ਹੀ ਮੇਰੇ ਕੋਲ ਵਿੱਦਿਆ ਪ੍ਰਾਪਤ ਕਰਨ ਦੇ ਲਈ ਆਉਣਾ ਹੈ। ਤਾਂ ਅਜਾਮਲ ਨੇ ਇਹ ਆਗਿਆ ਸੱਤ ਕਰਕੇ ਮੰਨੀ। ਕਾਫੀ ਸਮੇਂ ਤੱਕ ਉਹ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਦਾ ਰਿਹਾ। ਦੂਸਰੇ ਪਾਸੇ ਜਦੋਂ ਉਸ ਦੀ ਵਿੱਦਿਆ ਪ੍ਰਾਪਤੀ ਕਰਦਿਆਂ ਕਰਦਿਆਂ ਇੱਕ ਦਿਨ ਉਸ ਦੇ ਗੁਰੂ ਨੇ ਕਿਹਾ, ਭਾਈ ਹੁਣ ਤੁਸੀਂ ਵਿੱਦਿਆ ਪ੍ਰਾਪਤ ਕਰ ਲਈ ਹੈ, ਤੁਹਾਡੇ ਵੇਦ ਅਤੇ ਉਪਨਿਸ਼ਦਾਂ ਦਾ ਜਿਹੜਾ ਗਿਆਨ ਹੈ ਉਹ ਪੂਰਾ ਹੋਣ ਵਾਲਾ ਹੈ। ਕੁਝ ਸਮੇਂ ਬਾਅਦ ਤੁਸੀਂ ਇਹ ਵਿੱਦਿਆ ਗ੍ਰਹਿਣ ਕਰਕੇ ਆਪਣੇ ਘਰ ਜਾ ਸਕਦੇ ਹੋ। ਕਹਿੰਦੇ ਹਨ ਕਿ ਉਸ ਸਮੇਂ ਦੌਰਾਨ ਅਜਾਮਲ ਦੀ ਉਮਰ 20 ਸਾਲਾਂ ਦੇ ਨੇੜੇ ਸੀ। ਉਹ ਬਹੁਤ ਸੋਹਣਾ ਗੱਭਰੂ ਜਵਾਨ ਸੀ। ਕੀ ਹੋਇਆ ਕਿ ਇੱਕ ਦਿਨ ਨਗਰ ਦੇ ਬਾਹਰੋਂ ਬਾਹਰ ਆਉਂਦਿਆਂ ਅਜਾਮਲ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਕਿਉਂ ਨਾ ਮੈਂ ਇਸ ਨਗਰ ਦੇ ਵਿੱਚੋਂ ਦੀ ਜਾਵਾਂ। ਮੇਰੇ ਗੁਰੂ ਨੇ ਮੈਨੂੰ ਇਸ ਨਗਰ ਵਿੱਚ ਜਾਣ ਲਈ ਮਨ੍ਹਾ ਕਿਉਂ ਕੀਤਾ ਹੈ, ਉਹ ਤਦ ਹੀ ਪਤਾ ਚੱਲੇਗਾ ਜਦੋਂ ਮੈਂ ਇਸ ਨਗਰ ਦੇ ਵਿੱਚ ਦੀ ਹੋ ਕੇ ਜਾਵਾਂਗਾ। ਤੇ ਇਸ ਗੱਲ ਦੀ ਵਿਚਾਰ ਕਰਦਿਆਂ ਕਰਦਿਆਂ ਉਸ ਦੇ ਮਨ ਵਿੱਚ ਇਹ ਵੀ ਖਿਆਲ ਆਇਆ ਕਿ ਜੇ ਮੈਂ ਕਰ ਗੁਰੂ ਦੀ ਆਗਿਆ ਨਾ ਮੰਨੀ, ਗੁਰੂ ਦੀ ਆਗਿਆ ਨੂੰ ਤੋੜਿਆ ਤਾਂ ਮੈਂ ਪਾਪੀ ਹੋਵਾਂਗਾ। ਪਰ ਦੂਸਰੇ ਪਾਸੇ ਉਸ ਦੇ ਮਨ ਵਿੱਚ ਇਹ ਖਿਆਲ ਸੀ ਕਿ ਇੱਕ ਵਾਰੀ ਇਸ ਨਗਰ ਵਿੱਚੋਂ ਹੋ ਕੇ ਤੇ ਜਾਣਾ ਚਾਹੀਦਾ ਹੈ। ਆਖਿਰ ਹੈ ਕਿ ਇਹਨਾਂ ਸਵਾਲਾਂ ਤੇ ਜਵਾਬਾਂ ਦੇ ਵਿੱਚ ਉਹ ਕਰਦਾ ਸੋਚਦਾ ਹੋਇਆ ਆਪਣੇ ਗੁਰੂ ਕੋਲ ਪਹੁੰਚਦਾ ਹੈ। ਤਾਂ ਗੁਰੂ ਕੋਲੋਂ ਸਿੱਖਿਆ ਗ੍ਰਹਿਣ ਕਰਕੇ ਜਦੋਂ ਵਾਪਸ ਜਾਂਦਾ ਹੈ ਤਾਂ ਉਸ ਦੇ ਮਨ ਦੇ ਜਿਹੜੇ ਨਕਾਰਾਤਮਕ ਵਿਚਾਰ ਸਨ ਉਹ ਜਿੱਤ ਜਾਂਦੇ ਹਨ ਤੇ ਅਜਾਮਲ ਉਸ ਨਗਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ। ਕੀ ਦੇਖਦਾ ਹੈ ਕਿ ਉਸ ਨਗਰ ਦੇ ਵਿੱਚ ਬਹੁਤ ਵੱਡੇ ਵੱਡੇ ਬਾਜ਼ਾਰ ਹਨ, ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਮਾਇਆ ਤੇ ਮੋਹ ਦਾ ਪਸਾਰਾ ਫੈਲਿਆ ਹੋਇਆ ਸੀ ਤੇ ਜਿਸ ਪਾਸੇ ਉਹਦਾ ਘਰ ਪੈਂਦਾ ਸੀ ਉਹ ਵੇਸ਼ਵਾਵਾਂ ਦੇ ਬਾਜ਼ਾਰ ਵਿੱਚੋਂ ਹੋ ਕੇ ਜਾਣਾ ਪੈਂਦਾ ਸੀ। ਤੇ ਜਦੋਂ ਉਸਨੇ ਉੱਥੋਂ ਦੀਆਂ ਵੇਸ਼ਵਾਵਾਂ ਨੂੰ ਦੇਖਿਆ ਤਾਂ ਉਹਨਾਂ ਨੂੰ ਲਗਾਤਾਰ ਦੇਖਦਾ ਰਿਹਾ ਤੇ ਆਪਣੇ ਘਰ ਪਹੁੰਚ ਗਿਆ। ਤੇ ਜਦੋਂ ਇਸ ਤਰ੍ਹਾਂ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਮਨ ਦੇ ਵਿੱਚ ਉਹਨਾਂ ਦੀ ਵਿਚਾਰ ਸਾਰੀ ਰਾਤ ਚੱਲਦੀ ਰਹੀ। ਇਸ ਤਰ੍ਹਾਂ ਕਰਦਿਆਂ ਹੋਇਆਂ 10 ਦਿਨ ਲਗਾਤਾਰ ਉਹ ਵੇਸ਼ਵਾਵਾਂ ਦੇ ਬਾਜ਼ਾਰ ਵਿੱਚੋਂ ਲੰਘਦਾ ਗਿਆ ਤੇ ਜਿਸ ਦਾ ਅਸਰ ਉਸ ਦੇ ਮਨ 'ਤੇ ਹੌਲੀ ਹੌਲੀ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਕੀ ਹੋਇਆ
कि उत्थे एक बहुत ही जवान वेशवा सी। जदों अजामल बाज़ार दे विचों लंघ रहा सी तां उस वेशवा ने उस अजामल दी बांह फड़ लई ते अजामल उसके नाल हो तुर पिया, जिथे जाके उसने बहुत सारा समा अपने वेशवा दे नाल बिताया, भोग विलास कीते, उसका जूठा ग्रहण किया। ते जदों ये सब कुछ करके अगले दिन अपने गुरु कोल आया तो उसके चेहरे ते हल्की जी नमोशी सी। तो उसके गुरु ने पूछया, भाई तू उदास क्यों है, किधरे नगर विचों लंघ के तो नहीं आया? तो उसने झूठ बोलता, नहीं गुरु जी, मैं ये कोताही नहीं कर सकता, मैं उस नगर विचों लंघ के नहीं आया हाँ। इस तरह उस समय के दौरान अजामल दे कोलों 4 वड्डे पाप हो गए। एक गुरु की आग्या का पालना ना करना, दूजा झूठ बोलना, तीजा वेशवा का जूठा खाना, चौथा वेशवा का भोग विलास करना। इस तरह इन्हां 4 पापां दे अधीन हो के वो जिंदगी जीउण लगा। अजामल दा गुरु रोज़ ही अपने चेले नूं ध्यान नाल देखदा सी कि इसका मन हुण उस तरह विद्या विच नहीं लगदा जिस तरह पहलां लगदा सी। ते उसके गुरु नूं जदों ये शक होया कि ये जरूर शहर दे विचों लंघ के जांदा है, इस चीज़ नूं कन्फर्म करन दे लई वो अपने चेले दे पिछे पिछे हो तुरिया ते की देखदा है कि अजामल जिहड़ा है वेशवा दे कोठे ते चढ़ा गया है। ये सब कुछ देख के जिहड़ा गुरु सी वो वापस आ गया। अगले दिन जदों अजामल अपने गुरु कोल पहुँचया तो गुरु ने उसने गल कही, भाई अजामल हुण तेरी सिक्ख्या पूरी हो गई है, हुण तैनूं इत्थे आउण दी लोड़ नहीं। ये वचन सुन के अजामल घर चला गया ते रूटीन दे विच ही उसी तरह ही वेशवा दा गमन करन लगा। ते दूसरे पासे उसके गुरु ने अजामल दे बाप नूं सद के ये गल कही कि अजामल दा हुण तुसीं विआह कर दो तां जो वो अपने सही रस्ते ते आ सके। ते बाप ने भी इसे तरह किया कि अजामल दा विआह कर दिता। पर इन्ना कुछ होने के बावजूद भावें उहदी इस्त्री बहुत सोहनी सी, समझदार सी, विद्या की ज्ञाती सी, पर वो परिवार के बंधन में बन ना सकिया, सगों वार वार उसे रस्ते ही तुरदा रहा। कुछ समय बाद की हुंदा है कि उसके घर संतान हुंदी है, बाप की मौत हो जाती है। ते राजे ने अजामल नूं अपने दरबार विच बुलाया ते अपने पिता की जगह राज पुरोहित की जिहड़ी सी सीट ते जां राज पुरोहित की तौर ते काम करन दे लई न्योता दिता, जिसनूं अजामल ने खुशी खुशी प्रवान कर लिया। हुण अजामल दे कोल पदवी सी, धन दौलत की बहोलता सी, जिस करके उहदे मन च सगों टिका नहीं आया। वो भोग विलास वाले पासे होर तीव्रता नाल वधदा गया। जदों इस गल का राजे नूं पता चलिया तो राजे ने कहा, तैनूं राज पुरोहित के तौर पर यह काम नहीं करना चाहिए, ना ही ये शोभा दिंदा है। तो राज पुरोहित का जिहड़ा असर है सारे दरबार ते हुंदा है। जेकर तू इसे तरह करेगा तो राज के जिहड़े लोग हैं उन्हां दे मन ते कोई चंगा असर नहीं होएगा। पर इन्हां गल्लां दा अजामल ते कोई असर ना होया। वह वेशवा के गमन दे विच पूरी तरह मगन सी। इस करके राजे ने उसनों एक दिन दरबार विच बुला के हुक्म किया कि तेरी धन दौलत तेरी जायदाद जिहड़ी है तेरी पत्नी नूं दे दित्ती जाती है, ते तू इस वेशवा नूं लैके इस पिंड तो बाहर चला, नगर तो बाहर चला जा। तो उस अजामल ने भी कोई इस गल का सोग नहीं मनाया, सगों खुशी खुशी वेशवा नूं लैके पिंड तो बाहर रहन लगा। उत्थे एक छन पा ली ते उत्थे आराम नाल जिंदगी बतीत कर लगा ते वेशवा दे जिहड़ी जवानी सी उहदे विच मस्त रहन लगा। इस तरह करदियां करदियां कहंदे हन कि वेशवा दे घर जो कि हुण गृहस्थ विच आ चुकी सी 7 पुत्रां ने जन्म लिया ते सहज भाव नाल ही अजामल ने 7वें पुत्र दा नाम नारायण रख दिता। पर उसके घर की गरीबी ते कंगाली दे करके हुण जिहड़ा ब्राह्मण सी वो जंगल विच जांदा, पंछियां दा शिकार करदा ते उन शिकार किते हुए पंछियां नूं खांदा सी। इस तरह पापां दी जिहड़ी कड़ी सी वो वधदी जा रही सी। कहंदे हन कि एक दिन अजामल दे घर 2 साधु आउंदे हन ते जदों वो साधु अजामल दे घर आए तां अजामल दे घर कुछ खाण नूं तां नहीं सी है, पर अजामल जिहड़ा शिकार करके पंछी लैके आया सी तां उसने कहा कि क्यों ना आपां ये पंछी ही इन्हां वास्ते बना दईए।
ਪਰ ਉਹ ਜਿਹੜੀ ਵੇਸ਼ਵਾ ਉਸਦੀ ਪਤਨੀ ਬਣ ਚੁੱਕੀ ਸੀ, ਉਸਨੇ ਕਿਹਾ ਨਹੀਂ, ਇਹ ਸਾਧੂ ਜਿਹੜੇ ਹਨ ਵੈਸ਼ਨੂ ਹਨ, ਇਸ ਕਰਕੇ ਆਪਾਂ ਇਹਨਾਂ ਨੂੰ ਇਹ ਮਾਸ ਨਹੀਂ ਖਵਾ ਸਕਦੇ। ਇਸ ਕਰਕੇ ਕੀ ਕੀਤਾ, ਉਹਨਾਂ ਦੇ ਘਰ ਵਿੱਚ ਕੁਝ ਛੋਲੇ ਭੁੱਜੇ ਹੋਏ ਤੇ ਗੁੜ ਪਿਆ ਹੋਇਆ ਸੀ, ਉਹ ਸਾਧੂਆਂ ਨੂੰ ਦੇ ਦਿੱਤਾ, ਜਿਨ੍ਹਾਂ ਨੂੰ ਸਾਧੂਆਂ ਨੇ ਖੁਸ਼ੀ ਖਾਧਾ। ਤੇ ਸਾਧੂ ਉਸ ਅਜਾਮਲ ਦੀ ਹਾਲਤ ਨੂੰ ਪੂਰੀ ਤਰ੍ਹਾਂ ਜਾਣਦੇ ਸਨ। ਉਹਨਾਂ ਨੇ ਜਾਣ ਲੱਗਿਆਂ ਅਜਾਮਲ ਨੂੰ ਕਿਹਾ ਕਿ ਭਾਈ ਤੁਹਾਡੇ ਘਰ ਜਿਹੜਾ 7ਵਾਂ ਪੁੱਤਰ ਜਿਸ ਦਾ ਨਾਮ ਤੂੰ ਨਾਰਾਇਣ ਰੱਖਿਆ ਹੈ, ਜੇਕਰ ਤੂੰ ਇਸ ਨੂੰ ਵਾਰ-ਵਾਰ ਯਾਦ ਕਰੇ ਤਾਂ ਹੋ ਸਕਦਾ ਹੈ ਤੇਰਾ ਭਲਾ ਹੋ ਜਾਵੇ। ਇਹ ਗੱਲ ਅਜਾਮਲ ਨੇ ਆਪਣੇ ਲੜ ਬੰਨ੍ਹ ਲਈ ਅਤੇ ਜਦੋਂ ਵੀ ਆਵਾਜ਼ ਮਾਰਨੀ ਉਸਨੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ ਮਾਰਨੀ ਕਿ ਨਾਰਾਇਣ ਮੇਰੇ ਲਈ ਇਹ ਲਿਆ ਦੇ, ਨਾਰਾਇਣ ਮੇਰੇ ਲਈ ਉਹ ਲਿਆ ਦੇ। ਇਸ ਤਰ੍ਹਾਂ ਕਰਦਿਆਂ ਬੁਢੇਪਾ ਜਦੋਂ ਸਿਖਰਤਾ 'ਤੇ ਪਹੁੰਚਿਆ ਅਤੇ ਉਸਦੀ ਮੌਤ ਆਉਣ ਵਾਲੀ ਸੀ ਤਾਂ ਅਜਾਮਲ ਦੇ ਮੂੰਹ ਦੇ ਵਿੱਚੋਂ ਅਖੀਰ 'ਤੇ ਕਹਿੰਦੇ ਹਨ ਆਪਣੇ ਪੁੱਤਰ ਨਾਰਾਇਣ ਦੀ ਜਗ੍ਹਾ ਸਿਰਫ ਨਾਰਾਇਣ ਸ਼ਬਦ ਨਿਕਲਿਆ ਅਤੇ ਜਿਸ ਨੇ ਮੌਤ ਵਾਲੇ ਪਾਸੇ ਭਾਵ ਜਮਦੂਤਾਂ ਦੇ ਪੇਸ਼ ਪੈਣਾ ਸੀ, ਉਸ ਨੂੰ ਰੱਬ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਗਈ। ਇਸ ਤਰ੍ਹਾਂ ਅਜਾਮਲ ਦਾ ਅਖੀਰ 'ਤੇ ਜਪ ਲਿਆ ਹੋਇਆ ਨਾਰਾਇਣ ਨਾਮ ਉਸ ਦਾ ਭਲਾ ਕਰ ਚੁੱਕਾ ਸੀ। ਇਸ ਤਰ੍ਹਾਂ ਅਖੀਰ 'ਤੇ ਨਾਰਾਇਣ ਕਹਿਣ ਦੇ ਨਾਲ ਕਹਿੰਦੇ ਹਨ ਕਿ ਅਜਾਮਲ ਜਿਹੜੇ ਪਾਪ ਸਨ ਉਹਨਾਂ ਤੋਂ ਮੁਕਤ ਹੋ ਗਿਆ ਅਤੇ ਉਸ ਨੇ ਰੱਬ ਦੀ ਸ਼ਰਨ ਦੇ ਵਿੱਚ ਥਾਂ ਪ੍ਰਾਪਤ ਕਰ ਲਈ। ਭਗਤ ਤ੍ਰਿਲੋਚਨ ਜੀ ਦਾ ਫਰਮਾਨ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰਮੁਕਤਾ ਪੀਤਾੰਬਰ ਵਾਕੇ ਹਿਰਦੈ ਬਸੈ। ਕਿ ਜੇ ਕੋਈ ਅਖੀਰ 'ਤੇ ਨਾਰਾਇਣ ਦੀ ਯਾਦ ਨੂੰ ਲੈ ਕੇ ਮਰਦਾ ਹੈ ਤਾਂ ਉਹ ਇਨਸਾਨ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਅਜਾਮਲ ਜਿਸ ਨੂੰ ਕਿ ਲੋਕ ਪਾਪੀ ਕਹਿੰਦੇ ਸਨ, ਉਹ ਮੁਕਤ ਹੋ ਗਿਆ।